ਜਗਮੋਹਨ ਸਿੰਘ ਪੱਟੀ ਐਡਵੋਕੇਟ यूट्यूब ਚੈਨਲ। ਅੱਜ ਤੁਹਾਡੇ ਨਾਲ ਉਸ ਅਣਗੌਲੀ ਜਗ੍ਹਾ ਦੀ ਗੱਲ ਕਰਨ ਲੱਗਿਆ ਜਿੱਥੇ ਇੱਕ ਪਿੰਡ ਹੁੰਦਾ ਸੀਗਾ ਰੁੜਕੀ, ਔਰ ਉਸ ਰੁੜਕੀ ਪਿੰਡ ਦੀ ਜਗ੍ਹਾ ਦੇ ਉੱਤੇ ਇਹ ਜਿਹੜਾ ਬੱਸ ਸਟੈਂਡ ਹੈ ਜਿੱਥੇ ਮੈਂ ਖਲੋਤਾ ਵਾਂ ਇਹ ਵਸਾਇਆ ਗਿਆ ਸੀ। ਤੇ ਇਹ ਹੈਰੀਟੇਜ ਟਰੀ ਹੈ ਜਿਹੜਾ ਇਹ ਮੈਂ ਤੁਹਾਨੂੰ ਦਿਖਾ ਦਿੰਨਾ। ਇਹ ਹੈਰੀਟੇਜ ਟਰੀ ਜਿਹੜਾ ਜੇ ਇਹਦੀ ਸਾਂਭ ਸੰਭਾਲ ਵੀ ਦਿਖਾ ਦਿੰਨਾ ਤੇ ਇਹਦਾ ਜਿਹੜਾ ਜੇ ਤੁਹਾਨੂੰ ਥੱਲੇ ਵੀ ਪੈਰਾਂ 'ਚ ਵੀ ਦਿਖਾ ਦਿੰਨਾ। ਇਹ ਸਮਾਰਟ ਸਿਟੀ ਦੇ ਵਿੱਚ ਇਸ 250 ਸਾਲ ਪੁਰਾਣੇ ਰੁੱਖ ਦੀ ਜਿਹਦੀ ਘੱਟੋ ਘੱਟ ਉਮਰ ਆਂਕੀ ਗਈ ਹੈ, ਇਹਦਾ ਹਾਲ ਦੇਖ ਲਓ ਕੀ ਹੈ। ਪੱਥਰਾਂ ਇੱਟਾਂ ਰੋੜਿਆਂ ਦੇ ਵਿੱਚ ਇਹ ਸਮਾਰਟ ਸਿਟੀ ਜਿਹੜਾ ਇਹ ਇਸ ਰੁੱਖ ਦੀ ਸਾਂਭ ਸੰਭਾਲ ਦਾ ਕਾਰਨ ਬਣੇਗਾ ਜਾਂ ਬਰਬਾਦੀ ਦਾ ਕਾਰਨ ਬਣੇਗਾ ਜਾਂ ਆਬਾਦੀ ਦਾ ਕਾਰਨ ਬਣੇਗਾ। ਇਹ ਤੁਸੀਂ ਵੇਖ ਲਓ। ਇਹ ਰਸਤਾ ਜਿਹੜਾ ਬੱਸ ਸਟੈਂਡ ਨੂੰ ਅੱਗੇ ਜਾਂਦਾ, ਬੱਸ ਸਟੈਂਡ ਦੀ ਬਿਲਡਿੰਗ ਇਹਦੇ ਵਿੱਚ ਹੈ ਜਿਹੜੀ ਉਹ ਵੀ ਵੀਰਾਨ ਹੋ ਚੁੱਕੀ ਹੈ। ਤੇ ਇਹ ਇੱਟਾਂ ਰੋੜੇ ਜਿਹੜੇ ਨੇ ਤੁਹਾਨੂੰ ਦਿਖਾ ਦਿੱਤੇ ਨੇ। ਤੇ ਇਸ ਰੁੱਖ ਦੀ ਜਿਹੜੀ ਆਨ ਬਾਨ ਸ਼ਾਨ ਹੈ ਉਹਦੇ ਉੱਤੇ ਵੀ ਮੈਂ ਤੁਹਾਨੂੰ ਝਾਤ ਤੇ ਚਾਨਣਾ ਮਰਵਾ ਦਿੰਨਾ। ਇਹ ਵੇਖ ਲਓ ਤੁਸੀਂ। ਇਹ ਬਰਗਦ ਦਾ ਰੁੱਖ ਕਿਹਾ ਗਿਆ, ਇਸ ਨੂੰ ਬਰਗਦ ਦਾ ਰੁੱਖ ਕਿਹਾ ਗਿਆ। ਇਸ ਦੀ ਜਿਹੜੀ ਹੈ 50 ਫੁੱਟ ਉੱਚੀ ਲੰਬਾਈ ਹੈ, ਜੋ ਇਹ ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਫੋਰੈਸਟ ਐਂਡ ਵਾਈਲਡ ਲਾਈਫ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਸ ਦਾ ਜਿਹੜਾ ਇਹਦੇ ਉੱਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਇੱਕ ਸਿਰਫ ਬੋਰਡ ਲਾਉਣ ਦਾ ਹੀ ਯਤਨ ਕੀਤਾ। ਇਸ ਲਈ ਕੋਈ ਪਾਣੀ ਦੀ ਵਿਵਸਥਾ ਨਹੀਂ, ਕੋਈ ਕੁਛ ਨਹੀਂ। ਤੇ ਆ ਜਿਹੜੇ ਮੇਰੇ ਵੀਰ ਪੰਜਾਬੀ ਹਿੰਦੀ ਨੂੰ ਨਹੀਂ ਜਾਣਦੇ ਉਹਨਾਂ ਨੂੰ ਮੈਂ ਅੰਗਰੇਜ਼ੀ 'ਚ ਦਰਸ਼ਨ ਕਰਾ ਦਿੰਨਾ। ਇਸ ਦੇ ਤੁਸੀਂ ਵੇਖ ਲਓ, ਤੁਸੀਂ ਪੜ੍ਹ ਲਓ, ਤੁਸੀਂ ਸੋਚ ਲਓ, ਤੁਸੀਂ ਵਿਚਾਰ ਲਓ। ਸਾਡੇ ਦੇਸ਼ ਦੀ ਜਿਹੜੀ ਹੈ ਇਹ ਇਹੋ ਜਿਹੇ ਕਈ ਜਿਹੜੇ ਦਰਖਤ ਨੇ ਸੈਕਟਰ 18 ਤੇ 24 ਦੇ ਵਿੱਚ ਵੀ ਨੇ। ਇਹ ਇਹਨਾਂ ਦਾ ਡਿਪਾਰਟਮੈਂਟ ਆਫ ਫੋਰੈਸਟ ਐਂਡ ਵਾਈਲਡ ਲਾਈਫ ਦਾ ਜਿਹੜਾ ਇਹ ਬੋਰਡ ਦੱਸ ਰਿਹਾ ਹੈ। ਇਹ ਸਮਾਰਟ ਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਇਹ ਹਾਲ ਜੇ। ਤੇ ਇਸੇ ਤਰ੍ਹਾਂ ਸਾਡੀ ਜਿਹੜੀ ਹੈ ਜਵਾਨੀ ਤੇ ਸਾਡੀ ਜਿਹੜੀ ਕਿਸਾਨੀ ਹੈ ਉਸ ਦੀ ਜਿਹੜੀ ਤਾਕਤ ਹੈ ਉਸ ਨੂੰ ਵੀ ਨਸ਼ਟ ਕਰਨ ਦਾ ਯਤਨ ਕਰ ਰਹੇ ਹੈ, ਉਪਰਾਲੇ ਕਰ ਰਹੇ ਹੈ। ਅੱਜ ਦੀ ਜਿਹੜੀ ਸਾਡੀ ਨੌਜਵਾਨੀ ਹੈ ਉਹ ਵੀ ਰੁਲ ਗਈ ਹੈ ਤੇ ਕਿਹਦੀ ਕਿਹਦੀ ਭੇਟ ਚੜ੍ਹ ਗਈ ਹੈ। ਇਹ ਵੀ ਇੱਕ ਦੱਸ ਦਿੰਦੇ ਹਾਂ ਤੁਹਾਨੂੰ। ਝਾਤ ਤੁਹਾਨੂੰ ਉੱਪਰ ਤੱਕ ਮਰਵਾਉਣ ਦਾ ਇੱਕ ਉਪਰਾਲਾ ਕਰ ਦੇਣਾ। ਤੇ ਇਹ ਰੁੜਕੀ ਪਿੰਡ ਦੀ ਜਿਹੜੀ ਕੱਲੀ ਦਾਸਤਾਨ ਕਿਵੇਂ ਕਿਵੇਂ ਕਿੱਥੇ ਕਿੱਥੇ ਕਿੰਨਾ ਕਿੰਨਾ ਲੋਕਾਂ ਦੀਆਂ ਸੰਪਰਕ ਸ਼ਾਖਾਵਾਂ ਇਹਨੇ ਸਾਂਭੀਆਂ ਹੋਈਆਂ ਔਰ ਇਹ ਦੱਸ ਰਹੀ ਹੈ। ਇਹਦੀ ਐਡੀ ਐਡੀ ਵੱਡੀ ਦਾੜੀ ਜਿਹਨੂੰ ਕਿਹਾ ਜਾਂਦਾ ਉਹ ਦੇਖੋ ਇਹ ਜ਼ਮੀਨ ਦੇ ਵਿੱਚੋਂ ਨਿਕਲ ਕੇ ਕਿੱਥੋਂ ਤੱਕ ਪਹੁੰਚ ਗਈ ਹੈ। ਤੇ ਉੱਤੇ ਸਾਡੇ ਜਿਹੜੇ ਪਦਾਰਥਵਾਦੀ ਲੋਕ ਨੇ ਇਸ ਰੁੱਖ ਦਾ ਕਿਵੇਂ ਘਾਣ ਕੀਤਾ ਹੈ। ਇਸੇ ਤਰ੍ਹਾਂ ਸਾਡੇ ਜਿਹੜੇ ਮੈਡੀਕਲ ਸਾਇੰਸ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਜਵਾਨੀ ਦਾ ਘਾਣ ਕਰ ਰਹੇ ਨੇ ਔਰ ਜਿਹੜੇ ਨਵੇਂ ਵਿਆਹੇ ਜੋੜੇ ਨੇ ਬੱਚੇ ਨੇ ਉਹਨਾਂ ਨੂੰ ਸਾਈਜੀਰੀਅਨ ਬੱਚੇ ਜਿਹੜੇ ਹੈ ਪੈਦਾ ਕਰਕੇ ਦੇ ਰਹੇ ਨੇ ਸਿਰਫ ਆਪਣੇ ਪੈਸੇ ਦੀ ਖਾਤਰ, ਲਾਲਚ ਦੀ ਖਾਤਰ। ਤੇ ਕਿਸੇ ਨੂੰ ਪੰਜਾਬ ਦੀ ਜਵਾਨੀ ਦਾ, ਹਿੰਦੁਸਤਾਨ ਦੀ ਜਵਾਨੀ ਦਾ ਕੋਈ ਵੀ ਤਰਸ ਨਹੀਂ, ਕੋਈ ਵੀ ਜਿਹੜਾ ਇਸ ਦਾ ਖਮਿਆਜਾ ਭੁਗਤੇ। ਉਹਨਾਂ ਨੂੰ ਆਪਣੇ ਪੈਸਿਆਂ ਨਾਲ ਡਾਕਟਰ ਸਾਹਿਬਾਨ ਇਹੀ ਗੱਲਾਂ ਕਰਦੇ ਨੇ। ਤੇ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਦੇ ਹਾਂ। ਭੈਣ ਜੀ ਆਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਜਿਹੜੇ ਨਵੇਂ ਜੰਮੇ ਬੱਚੇ ਹੁੰਦੇ ਨੇ, ਸਿਜ਼ੇਰੀਅਨ ਹੁੰਦੇ ਨੇ। ਜੇ ਦੇਖਿਆ ਜਾਵੇ ਪੁਰਾਣੇ ਜ਼ਮਾਨਿਆਂ ਦੀ ਗੱਲ, ਮੈਂ ਹਮੇਸ਼ਾ ਆਪਣੀ ਕਿਸੇ ਵੀ ਗੱਲ ਦੇ ਵਿੱਚ ਪਹਿਲੇ ਪੁਰਾਣੇ ਜ਼ਮਾਨੇ ਨੂੰ ਦਿਖਾਉਂਦੀ ਹੈਗੀਆਂ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਔਰਤਾਂ ਬੱਚੇ ਪੈਦਾ ਕਰਦੀਆਂ ਹੁੰਦੀਆਂ ਸੀ। ਘਰਾਂ ਦੇ ਵਿੱਚ ਦੋ ਜਨਾਨੀਆਂ ਮਿਲ ਕੇ ਬੱਚਾ ਪੈਦਾ ਕਰਵਾ ਦਿੰਦੀਆਂ ਹੁੰਦੀਆਂ ਸੀ। ਫਿਰ ਹੌਲੀ ਹੌਲੀ ਟਾਈਮ ਬਦਲਿਆ, ਡਾਕਟਰਸ ਆ ਗਏ, ਥਾਂ ਥਾਂ ਦੇ ਉੱਤੇ ਡਾਕਟਰ ਆ ਗਏ। ਡਾਕਟਰ ਉਸ ਜ਼ਮਾਨੇ 'ਚ ਵੀ ਸੀਗੇ ਪਰ ਬਹੁਤ ਘੱਟ ਹੁੰਦੇ ਸੀਗੇ। ਸੋ ਸਿਆਣੀਆਂ ਔਰਤਾਂ ਮਿਲ ਕੇ ਨਾ ਘਰ ਦੇ ਵਿੱਚ ਸਾਸੂ ਮਾਂ ਮਿਲ ਗਈ, ਭੂਆ ਸੱਸ ਹੋ ਗਈ, ਮਾਸੀ ਹੋ ਗਈ, ਮਾਂ ਹੋ ਗਈ, ਉਹਨਾਂ ਨੇ ਮਿਲ ਕੇ ਬੱਚਾ ਪੈਦਾ ਕਰਵਾ ਦਿੱਤਾ। ਫਿਰ ਹੌਲੀ ਹੌਲੀ ਡਾਕਟਰਸ ਆ ਗਏ। ਡਾਕਟਰਸ ਨੇ ਜਿਹੜਾ ਸੀਗਾ
थोड़ा तरीके दे नाल ढंग तरीके दे नाल बच्चों को करवाना शुरू कर दिता। हुण वो टाइम आ गया है जिहदे विच सारे कहंदे है सारे काम इंस्टेंट हो जा। इंस्टेंट काम की है कि ऑपरेट कर दो ना, तो परिवार ये चीज़ों सोचते हैं कि जी साड़ी जिहड़ी बहू है या साड़ी जिहड़ी बेटी हैगी है उहदे पेट नूं कट्टिया फट्टिया जाएगा, बच्चे नूं टाइम तो पहले कई बार डिलीवर करवा लिया जाता है। ये सारिया चीज़ां जिहड़ियां हैगियां ने जे देखा जाए पुराने जमाने दी औरतां नॉर्मल बच्चे पैदा कर लैंदियां सी ते अज दियां कुड़ियां नूं की हो गया भी जिहड़ा वो सजेरियन केस हुंदे पे ने। हुंदा की है कि डॉक्टरी की पढ़ाई बड़ी महंगी हो गई। वो पहले जो हस्पताल खोलते हस्पतालों ने इन्ने खर्चे है इन्ना सब कुछ है तो सारा कुछ उन्होंने कित्थों पूरा करना, उन्होंने साढ़े कोलों ही पूरा करना। जे देखा जाए आप कहने मैं नहीं कहती कि जी सजेरियन नहीं होंदे, हुंदे है कईयां दी कोई प्रॉब्लम होंदी है, लेडीज़ नूं कोई प्रॉब्लम आ जाती है या बच्चे नूं कोई प्रॉब्लम आती नज़र आती है तो डॉक्टर जिहड़ा हैगा उहदा सजेरियन करदा तो वो बड़ी वधिया गल है। पर जे देखा जाए अज दे टाइम दे विच ते जे 100 बच्चा पैदा होंदा ना तो उहदे विचों 95 जिहड़े हैगे आ वो सजेरियन केस हुंदे। की गल 95 दियां 95 लेडीज़ नूं कोई ना कोई प्रॉब्लम हुंदी है या बच्चियां नूं कोई प्रॉब्लम हुंदी है जिहदे करके जिहड़ा हैगा सारिਆਂ ਦੇ सजेरियन केस कर दिते जाते हैं। मैं ये कला डॉक्टरों को कसूरवार नहीं गिनती, साड़ियाँ बच्चियां भी इस चीज़ के लिए कसूरवार हैगियां। क्यों अगे हुंदा सी लेडीज़ घर के काम करदियां होंदियां सी, तुरियां फिरदियां होंदियां सी। सब तो पहले सानू इस चीज़ को समझना पेगा कि प्रेगनेंसी माँ बनन तो पहले का जिहड़ा 9 महीने का टाइम है वो कोई बीमारी नहीं है, वो एक खुशी की खबर है तुहाडे लई। तुहानू एक पूरन करन दा जिहड़ा हैगा प्रोसैस हैगा जिन्हों तुसी बड़ी खुशी दे नाल उलझन रहत रह के चंगियां चंगियां साखियां नू सुनते हुए चंगियां चंगियां चीज़ां नू जो दिल करे उस चीज़ नू खांदे हुए इंजॉय करते हुए 9 महीने पूरे करने होंदे आ ते फिर एक स्वस्थ बच्चे नू जिहड़ा हैगा जन्म देना हुंदा। पर हुंदा की है अजकल दियां कुड़ियां खान पीन का अपने ध्यान नहीं रखदियां, किते असीं मोटियां ना हो जाइए, खान पीन का ध्यान नहीं रखदियां। काम वर्किंग साडी जिहड़ी हैगी है बैठ के कंप्यूटर के उत्ते काम किया, मोबाइल चला ले, टीवी देख लिया, ये अजकल की लेडीज़ की वर्किंग रह गई हैगी है। जद कि पुराने जमाने दे विच हत्थी काम किए जाते होंदे सी, सारे काम नूं अपने हत्थी किया जांदा हुंदा सी। चलो जे तुसीं हत्थी काम अज की डेट च नहीं भी करने हैगे, तुसीं सैर करो, तुसीं अपने खान पीन का अच्छा पौष्टिक आहार लो ताकि तुहाडा बच्चा तंदुरुस्त होवे ते तुहानू इस सजेरियन की जरूरत ही ना पवे। फिर देखा जाए जे डॉक्टर तुहानू कहंदा भी है कि जी तुहाडा सजेरियन केस होना है, कम से कम तुसीं सैकेंड ओपीनियन जरूर लो। एवें नजायज़ भी ठीक है जी फटाफट डिलीवरी हो जाएगी, सानू भी पेन नू सहना नहीं पेगा। तो ये चीज़ जिहड़ी हैगी तुसीं इस चीज़ के साइड इफैक्ट सानू बहुत देर बाद पता लगदे आ। नॉर्मली असीं देखते हैं जे 95% लेडीज़ के सजेरियन हुंदे ने तो उन्हां विचों जिहड़ियां हुंदियां ने 70% 80% लेडीज़ हुंदियां ने जिन्हां दी बैक दे विच प्रॉब्लम रहिंदी है, पिठ दर्द हमेशा रहिंदी ही रहिंदी। क्यों? क्योंकि जिहड़ा इंजैक्शन उन्होंने सजेरियन तो पहले लगता हैगा वो बैक बोन दे विच लगता हैगा, जिहदे करके जिहड़ा हैगा कई बारी वो इंजैक्शन जो थोड़ा बहुता भी हिल गया तो उहदी पेन जिहड़ी है हमेशा चलती रहती है। सो किसी भी चीज़ नूं जे नॉर्मली ढंग नाल असीं लैने हैगे आ ते उस चीज़ दे नाल साडे शरीर नूं कोई नुकसान नहीं हुंदा। पर जे असीं सजेरियन करवाने हैगे आ ते साडे शरीर दा भी नुकसान हुंदा है। शरीर नूं कट्टिया जांदा है, बच्चे नूं डिलीवर करवाया जाता है, जिन्हों कह लो अननैचुरल प्रोसैस हैगा जिन्हों सानू अवॉइड करना चाहिए है। सो ये भी चीज़ हैगी है। नाल एक चीज़ होर है जिहड़ी मैनूं लगदा हुंदा है, शायद ज़्यादा नॉलेज तो नहीं मैनूं, पर जे देखा जाए पुराने जमाने च किहड़ियां स्कैन हुंदियां सी, हुण सैकेंड मंथ स्कैन चाहिए, 15 दिनों के उत्ते स्कैन चाहिए, असीं बच्चे का हार्ट देखना है, फिर 15-20 दिनों बाद फिर सानू सैकेंड मंथ दे विच सानू स्कैन चाहिए हैगी है ताकि सानू जिहड़ा हैगा बच्चे का सानू पता लग जाए भी वो सारा कुछ अंदरों सही हैगा। फिर 3rd मंथ असीं स्कैन करते हैं कि जी वो जिहड़े बॉडी पार्ट्स हैगे वो प्रॉपर बन सकते हैं, बने हुए है कि नहीं बने हुए। 4th मंथ 5th मंथ 6th मंथ 7th मंथ कई डॉक्टर जिहड़े हैगे 9 दे 9 महीने स्कैन करते हैं तो कई 9 चों 7 महीने स्कैन करते हैं, तो कोई ही है जिहड़ा 6 महीने स्कैनिंग करता है।
ਤੁਸੀਂ ਜੇ ਦੇਖਿਆ ਜਾਵੇ ਜਦੋਂ ਸਾਡਾ ਜ਼ਮਾਨਾ ਸੀਗਾ ਉਦੋਂ ਕਹਿੰਦੇ ਹੁੰਦੇ ਸੀ ਸਕੈਨ ਦੇ ਨਾਲ ਨਾ ਬੱਚੇ ਦੇ ਉੱਤੇ ਰੇਜ਼ ਪੈਂਦੀਆਂ ਨੇ ਜਿਹੜੀਆਂ ਕਿ ਗਲਤ ਹੈਗੀਆਂ ਨੇ। ਵਾਕਈ ਸਾਡੇ ਸਰੀਰ ਦੇ ਆਰ ਪਾਰ ਜਦੋਂ ਕੋਈ ਰੇਜ਼ ਜਾਂਦੀਆਂ ਹੈਗੀਆਂ ਨੇ ਤੇ ਉਹਦਾ ਅਸਰ ਸਾਡੇ ਬੱਚੇ ਦੇ ਉੱਤੇ ਵੀ ਪੈਂਦਾ। ਬੱਚੇ ਕਮਜ਼ੋਰ ਹੁੰਦੇ ਨੇ, ਬੱਚੇ ਡਿਲੀਵਰੀ ਦੇ ਟਾਈਮ ਦੇ ਉੱਤੇ ਜਿੱਦਾਂ ਕਹ ਲਓ ਆਪਣਾ ਪ੍ਰੋਪਰ ਯੋਗਦਾਨ ਨਹੀਂ ਪਾਉਂਦੇ ਵੀ ਤੁਹਾਡੀ ਨਾਰਮਲ ਡਿਲੀਵਰੀ ਹੋ ਸਕੇ। ਉਹਦਾ ਰੀਜ਼ਨ ਕੀ ਹੁੰਦਾ ਹੈਗਾ ਕਿ ਜੀ ਇਹ ਜਿਹੜੀਆਂ ਇੰਨੀਆਂ ਬੜੀਆਂ ਸਕੈਨ ਹੁੰਦੀਆਂ ਨੇ, ਦੇਖਿਆ ਜਾਵੇ ਮਾਂ ਦੇ ਪੇਟ ਦੇ ਵਿੱਚ ਬੱਚਾ ਹੈਗਾ, ਜੇ ਉਹਨੂੰ ਕੋਈ ਪ੍ਰੋਬਲਮ ਆਏਗੀ ਤਾਂ ਮਾਂ ਨੂੰ ਸਭ ਤੋਂ ਪਹਿਲੇ ਪਤਾ ਲੱਗੇਗਾ। ਸਾਨੂੰ ਇੰਨੀਆਂ ਸਕੈਨ, ਮੈਂ ਨਹੀਂ ਕਹਿੰਦੀ ਸਕੈਨ ਨਹੀਂ ਹੋਣੀਆਂ ਚਾਹੀਦੀਆਂ, ਚਲੋ 1 ਜਾਂ 2 ਸਕੈਨ ਹੋ ਜਾਣ ਡਿਲੀਵਰੀ ਦੇ ਤੋਂ ਪਹਿਲੇ ਗੁੱਡ, ਪਰ ਅਸੀਂ ਕੀ ਕਰਦੇ ਹੈਗੇ ਆ 9 ਮਹੀਨੇ ਸਕੈਨਿੰਗਸ ਚਲਦੀਆਂ ਰਹਿੰਦੀਆਂ ਨੇ, ਉਹ ਰੇਜ਼ ਬੱਚੇ ਦੇ ਉੱਤੇ ਜਾਂਦੀ। ਹੁਣ ਜੇ ਤੁਸੀਂ ਇੱਕ ਚੀਜ਼ ਕਹੋਗੇ ਵੀ ਜੀ ਸਕੈਨ ਤੇ ਸਾਡੇ ਫਾਇਦੇ ਲਈ ਹੁੰਦੀ ਹੈ, ਨਹੀਂ, ਤੁਸੀਂ ਕਦੀ ਵੀ ਜਿਹੜਾ ਹੈਗਾ ਜਿਹੜੇ ਅਲਟਰਾਸਾਊਂਡ ਹੁੰਦੇ ਨੇ ਜਾਂ ਜਿਹੜੇ ਹੈੱਡ ਦੇ ਸਕੈਨ ਹੁੰਦੇ ਨੇ, ਤੁਸੀਂ ਉੱਥੇ ਜਾਓ, ਉਹ ਪਹਿਲੇ ਪੁੱਛਦੇ ਪ੍ਰੈਗਨੈਂਟ ਲੇਡੀ ਤੇ ਨਹੀਂ, ਬਾਹਰ ਚੱਲੋ ਜੀ। ਜਦ ਕਿ ਬੰਦੇ ਨੇ MRI ਲਈ ਮਸ਼ੀਨ ਦੇ ਵਿੱਚ ਜਾਣਾ ਹੁੰਦਾ ਤੇ ਉਹਦੀਆਂ ਰੇਜ਼ ਬਾਹਰ ਤੱਕ ਆਉਂਦੀਆਂ ਨੇ ਵੀ ਪ੍ਰੈਗਨੈਂਟ ਲੇਡੀ ਨੂੰ ਉੱਥੇ ਖੜਾ ਨਹੀਂ ਹੋਣ ਦਿੰਦੇ। ਜਾਂ ਜੇ ਤੁਸੀਂ ਆਮ ਬੰਦਾ ਵੀ ਜਾਂਦਾ ਹੈ ਤੇ ਉਹ ਇੱਕ ਪ੍ਰੋਟੈਕਸ਼ਨ ਨੂੰ ਤੁਹਾਨੂੰ ਪਵਾ ਦਿੰਦੇ ਹੈਗੇ ਨੇ ਤਾਂ ਕਿ ਤੁਹਾਨੂੰ ਉਹ ਰੇਜ਼ ਅਸਰ ਨਾ ਕਰਨ। ਤੇ ਤੁਸੀਂ ਕਿੱਦਾਂ ਸੋਚਦੇ ਹੈਗੇ ਹੋ ਵੀ ਜਦੋਂ ਅਸੀਂ ਸਕੈਨ ਕਰਵਾਉਂਦੇ ਆ ਤੇ ਉਹ ਰੇਜ਼ ਦਾ ਸਾਡੇ ਬੱਚੇ ਦੇ ਉੱਤੇ ਅਸਰ ਨਹੀਂ ਪੈਂਦਾ ਹੈਗਾ। ਸੋ ਪਲੀਜ਼ ਸਾਰਿਆਂ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਹੈਗਾ ਕਿ ਘੱਟ ਤੋਂ ਘੱਟ ਸਕੈਨ ਕਰਵਾਈਆਂ ਜਾਣ। ਤੁਸੀਂ ਨਾਰਮਲ ਔਰ ਅੱਛਾ ਹੈਲਦੀ ਫੂਡ ਖਾਓ ਬਜਾਏ ਜੰਕ ਫੂਡ ਦੇ। ਤੁਸੀਂ ਅੱਛੇ ਵਿਚਾਰ ਗੋਸ਼ਟੀਆਂ ਕਰੋ, ਅੱਛੇ ਵਿਚਾਰ ਸੁਣੋ, ਸਾਖੀਆਂ ਸੁਣੋ, ਪਾਠ ਕਰੋ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਬੱਚਾ ਜੋ ਅੰਦਰ ਮਹਿਸੂਸ ਕਰ ਰਿਹਾ। ਹੁਣ ਆਪਾਂ ਜੇ ਦੇਖਿਆ ਜਾਵੇ, ਤੁਸੀਂ ਕਹੋਗੇ ਬੱਚਿਆਂ ਨੂੰ ਕੀ ਪਤਾ ਲੱਗਦਾ ਪਾਠ ਦਾ। ਜੇ ਅਰਜੁਨ ਦਾ ਬੇਟਾ ਅਭਿਮਨਿਊ ਚੱਕਰਵਿਊਹ ਤੋੜਨ ਦਾ ਰਾਹ ਮਾਂ ਦੇ ਪੇਟ ਦੇ ਵਿੱਚ ਸੁਣ ਸਕਦਾ ਸੀਗਾ ਤੇ ਕੀ ਗੱਲ ਸਾਡੇ ਬੱਚੇ ਨਹੀਂ ਸੁਣਦੇ? ਸਭ ਕੁਝ ਬੱਚੇ ਅੰਦਰ ਮਹਿਸੂਸ ਕਰਦੇ ਨੇ ਤੇ ਜਦੋਂ ਬੱਚਿਆਂ ਨੂੰ ਕੁਝ ਹੁੰਦਾ ਤੇ ਮਾਂ ਮਹਿਸੂਸ ਕਰਦੀ ਹੈ। ਜੇ ਬੱਚਾ ਹਿਲਦਾ ਡੁਲਦਾ ਤੇ ਉਸ ਚੀਜ਼ ਨੂੰ ਮਾਂ ਮਹਿਸੂਸ ਕਰਦੀ ਹੈ। ਸੋ ਸਾਰਿਆਂ ਨੂੰ ਚਾਹੀਦਾ ਹੈ ਕਿ ਜੀ ਅਸੀਂ ਅੱਛੇ ਤੋਂ ਅੱਛੇ ਲੜਕੀ ਨੂੰ ਟੈਨਸ਼ਨ ਫਰੀ ਰੱਖਿਆ ਜਾਵੇ। ਕਈ ਵਾਰੀ ਇਨ-ਲॉज ਵੀ ਇਸ ਚੀਜ਼ ਦਾ ਹਿੱਸਾ ਬਣ ਜਾਂਦੇ ਹੈਗੇ ਨੇ ਕਿ ਜੀ ਪਹਿਲੇ ਇੱਕ ਕੁਐਸਚਨ ਖੜਾ ਕਰ ਦਿੰਦੇ ਨੇ, ਜੇ ਮੁੰਡਾ ਨਾ ਹੋਇਆ ਫੇਰ ਇਹ ਨਾ ਹੋਵੇ ਤੇਰੇ ਕੁੜੀ ਹੋ ਜਾਵੇ। ਸਾਡੇ ਖਾਨਦਾਨ 'ਚ ਤੇ ਸਾਰੇ ਮੁੰਡੇ ਹੀ ਹੁੰਦੇ ਹੈਗੇ ਨੇ। ਇਹ ਚੀਜ਼ਾਂ ਵੀ ਲੜਕੀ ਦੇ ਜਿਹੜਾ ਹੈਗਾ ਇੱਕ ਮੈਂਟਲ ਪ੍ਰੈਸ਼ਰ ਕ੍ਰੀਏਟ ਕਰ ਦਿੰਦੀਆਂ ਨੇ, ਜਿਹੜਾ ਉਹਨੂੰ 9 ਮਹੀਨੇ ਪ੍ਰੋਪਰਲੀ ਜਿਸ ਤਰ੍ਹਾਂ ਕਹ ਲਓ ਸੈਟਲ ਡਾਊਨ ਹੋਣ ਹੀ ਨਹੀਂ ਦਿੰਦਾ। ਉਹਨੂੰ ਇੱਕ ਦਿਮਾਗੀ ਪਰੇਸ਼ਾਨੀ ਦਾ ਕਾਰਨ ਬਣਿਆ ਰਹਿੰਦਾ ਇਹ ਚੀਜ਼, ਜਿਹਦੇ ਕਰਕੇ ਜਿਹੜਾ ਹੈਗਾ ਉਹ ਨਾਰਮਲ ਡਿਲੀਵਰੀ ਦੇ ਵੱਲ ਚਲਦੀ ਨਹੀਂ। ਜਿੱਦਾਂ ਕਹਿ ਲਓ ਉਹਨੂੰ ਹੁੰਦਾ ਕਿ ਫਟਾਫਟ ਬੱਚਾ, ਘਰਦਿਆਂ ਨੂੰ ਵੀ ਹੁੰਦਾ ਫਟਾਫਟ ਬੱਚਾ ਸਾਡੀ ਝੋਲੀ ਆਵੇ, ਸਾਨੂੰ ਪਤਾ ਲੱਗੇ। ਕੋਈ ਵੀ ਉਸ ਕੁੜੀ ਬਾਰੇ ਨਹੀਂ ਸੋਚਦਾ ਹੈਗਾ ਜਿਹਦਾ ਪੇਟ ਪਾੜਿਆ ਜਾਣਾ ਹੈਗਾ। ਜੇ ਅਸੀਂ 2 ਜਾਂ 3 ਬੱਚੇ ਲੈਣੇ ਨੇ ਤੇ ਉਹਦਾ ਪੇਟ 3 ਵਾਰੀ ਖੋਲਿਆ ਜਾਂਦਾ ਹੈਗਾ। ਤੇ ਇਹ ਚੀਜ਼ ਜਿਹੜੀ ਹੈਗੀ ਹੈ ਸਾਨੂੰ ਇਹਦੇ ਬਾਰੇ 'ਚ ਸੋਚਣਾ ਚਾਹੀਦਾ ਹੈਗਾ। ਮਾਵਾਂ ਨੂੰ ਇਸ ਚੀਜ਼ ਦੇ ਬਾਰੇ 'ਚ ਸੋਚਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੱਡੇ ਗਾਈਡ ਕਰਨ ਜੇ ਪ੍ਰੋਪਰਲੀ ਤੇ ਬੱਚੇ ਸਾਡੇ ਹੈਲਦੀ ਹੋਣਗੀਆਂ। ਸਾਡੀਆਂ ਕੁੜੀਆਂ ਦੇ ਪੇਟ ਨਹੀਂ ਪਾੜੇ ਜਾਣਗੇ, ਸਿਜ਼ੇਰੀਅਨ ਅਵੋਇਡ ਕੀਤੇ ਜਾ ਸਕਦੇ ਹੈਗੇ ਆ। ਬੱਚਿਆਂ ਦੇ ਨਾਲ ਮਾਵਾਂ ਨੂੰ, ਸੱਸਾਂ ਨੂੰ ਤੇ ਡਾਕਟਰਾਂ ਨੂੰ ਵੀ ਇਸ ਚੀਜ਼ ਨੂੰ ਚਾਹੀਦਾ ਹੈਗਾ ਕਿ ਸਿਜ਼ੇਰੀਅਨ ਜਿਹੜੇ ਹੈਗੇ ਆ ਜ਼ਿਆਦਾ ਤੋਂ ਜ਼ਿਆਦਾ ਅਵੋਇਡ ਕੀਤੇ ਜਾਣ। ਥੈਂਕ ਯੂ। ਸਾਈਜੇਰੀਅਨ ਹੋਣ ਦਾ ਮਤਲਬ ਇਹ ਹੈ ਘੱਟੋ ਘੱਟ 70,000 ਤੋਂ 1 ਲੱਖ ਦਾ ਖਰਚਾ ਤੇ ਡਾਕਟਰਾਂ ਦੀ ਜੇਬ ਭਰਦੇ ਹਾਂ ਅਸੀਂ, ਪਹਿਲੀ ਗੱਲ। ਦੂਜੀ ਚੀਜ਼, ਜਦੋਂ ਅਸੀਂ ਵਕਤ ਤੋਂ ਪਹਿਲੇ ਬੱਚੇ ਨੂੰ ਇਸ ਦੁਨੀਆ ਵਿੱਚ ਲਿਆਉਂਦੇ ਹਾਂ ਤੇ ਉਹਦੀ ਗ੍ਰਹਿ ਚਾਲ ਜਿਹੜੀ ਹੈ, ਜਿਹੜੇ ਇਸ ਗ੍ਰਹਿ ਚਾਲ ਨੂੰ ਮੰਨਦੇ ਨੇ ਉਹ ਬਦਲ ਦਈਏ, ਇਹਦੇ ਬਾਰੇ ਕੀ ਕਹੋਗੇ? ਦੇਖੋ ਕੀ ਹੈਗਾ ਕਿ ਜੀ ਡਾਕਟਰਾਂ ਨੇ ਅੱਜ ਕੱਲ੍ਹ ਇੱਕ ਬੜਾ ਵਧੀਆ ਸਿਸਟਮ ਕਰ ਦਿੱਤਾ ਹੋਇਆ, ਪੈਕੇਜ ਲੈ ਲਓ। 5 ਦਿਨ ਦਾ ਪੈਕੇਜ ਲੈਣਾ, 7 ਦਿਨ ਦਾ ਪੈਕੇਜ ਲੈਣਾ। ਹੁਣ ਆਮ ਲੜਕੀ ਨੂੰ ਜਾਂ ਆਮ ਪਰਿਵਾਰ ਨੂੰ ਇਸ ਚੀਜ਼ ਦੇ ਬਾਰੇ 'ਚ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਬੱਚੇ ਨੂੰ ਕਿੰਨੇ ਦਿਨ ਸਿਜ਼ੇਰੀਅਨ ਤੋਂ ਬਾਅਦ ਕੇਅਰ ਟੇਕ ਦੀ ਜ਼ਰੂਰਤ ਹੈਗੀ। ਜੋ ਉਹਦੀ ਸੰਭਾਲ ਹਸਪੀਟਲ ਦੇ ਵਿੱਚ ਹੋ ਸਕਦੀ ਹੈ ਉਹ ਘਰ ਦੇ ਵਿੱਚ ਨਹੀਂ ਹੋ ਸਕਦੀ। ਸਿਜ਼ੇਰੀਅਨ ਬੱਚੇ ਨਾਰਮਲੀ ਜੇ ਦੇਖਿਆ ਜਾਵੇ ਵੀਕ ਹੁੰਦੇ ਨੇ। ਅੱਜ ਕੱਲ੍ਹ 90% ਬੱਚਿਆਂ ਨੂੰ ਜੌਂਡਿਸ ਹੋ ਜਾਂਦਾ। ਉਹਦੀ ਵਜ੍ਹਾ ਕੀ ਹੁੰਦੀ ਹੈ? ਉਹ ਰੇਜ਼ ਜਿਹੜੀਆਂ ਸਾਡੇ ਅੰਦਰ ਜਾਂਦੀਆਂ ਨੇ, ਜਿਹੜੀਆਂ ਮੈਂਟਲੀ ਟੈਨਸ਼ਨ ਦੇ ਕਰਕੇ ਲੜਕੀ ਨੂੰ ਮੈਡੀਸਨ ਦਿੱਤੀਆਂ ਜਾਂਦੀਆਂ ਹੈਗੀਆਂ। ਆਇਰਨ ਕੈਲਸ਼ੀਅਮ ਤੋਂ ਇਲਾਵਾ ਉਹਨਾਂ ਨੂੰ ਬਹੁਤ ਸਾਰੀਆਂ ਦਵਾਈਆਂ ਇਨ ਬਿਟਵੀਨ ਆਪਣੀ ਪ੍ਰੈਗਨੈਂਸੀ ਉਹਨੂੰ ਖਾਣੀਆਂ ਪੈਂਦੀਆਂ ਨੇ।
ਜਿਹਦਾ ਨਤੀਜਾ ਕੀ ਹੁੰਦਾ ਕਿ ਸਜੇਰੀਅਨਸ ਹੁੰਦੇ ਨੇ। ਤੇ ਡਾਕਟਰਾਂ ਨੇ ਤੇ ਦੇਖੋ ਹਸਪੀਟਲਾਂ ਦੇ ਖਰਚੇ ਕੱਢਣੇ ਆ, ਨਰਸਾਂ ਦੇ ਖਰਚੇ ਕੱਢਣੇ ਹੈਗੇ ਨੇ, ਆਪਣੀਆਂ ਪੜ੍ਹਾਈਆਂ ਦੇ ਖਰਚੇ ਕੱਢਣੇ ਨੇ, ਤੇ ਫਿਰ ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਨੇ ਉਹਨਾਂ ਦੇ ਵੀ ਖਰਚੇ ਕੱਢਣੇ ਆ, ਤੇ ਉਹ ਸਾਰੇ ਉਹਨਾਂ ਨੇ ਪੇਸ਼ੈਂਟ ਦੇ ਕੋਲੋਂ ਹੀ ਲੈਣੇ ਹੈਗੇ। ਤੇ ਇਸ ਕਰਕੇ ਇੱਕ ਬੱਚਾ ਅੱਜ ਦੀ ਡੇਟ 'ਚ ਇੰਨਾ ਮਹਿੰਗਾ ਹੋ ਗਿਆ ਹੋਇਆ ਹੈ ਕਿ ਜੇ ਲੱਖ ਰੁਪਏ ਤੱਕ ਵੀ ਹੱਥ ਲਗਾ ਦਿੰਦਾ ਤੇ ਅਸੀਂ ਕਹਿੰਦੇ ਕੋਈ ਵੱਡੀ ਗੱਲ ਨਹੀਂ ਹੈ। ਪਹਿਲੇ ਇਹ ਦੇਖਣ ਵਿੱਚ ਆਇਆ ਸੀ ਬੇਬੇ ਦੇ 12 ਬੱਚੇ ਹੁੰਦੇ ਸੀ, ਬਿਲਕੁਲ 7 ਮੁੰਡੇ 5 ਕੁੜੀਆਂ, ਤੇ ਰਿਸ਼ਤਿਆਂ ਦੀ ਜਿਹੜੀ ਹੈ ਤਾਨੀ ਬਾਨੀ ਜਿਹੜੀ ਹੈ ਚਲਦੀ ਰਹਿੰਦੀ ਸੀ। ਅੱਜ ਜਿਹੜੀ ਹੈ ਸਾਈਜੇਰੀਅਨ 2 ਤੋਂ ਬਾਅਦ ਦਮ ਟੁੱਟਾ ਹੁੰਦਾ ਹੈ ਬੱਚਿਆਂ ਦਾ, ਔਰ ਉਹ ਬੱਚਿਆਂ ਦੇ ਦਿਲਾਂ ਵਿੱਚ ਕਈਆਂ ਦੇ ਵਿੱਚ ਛੇਕ ਹੁੰਦੇ ਆ। ਛੋਟੇ ਬੱਚੇ ਨੂੰ ਕਈ ਵਾਰੀ ਬਾਈਪਾਸ ਸਰਜਰੀ ਕਰਨੀ ਪੈ ਜਾਂਦੀ ਹੈ। ਕਈ ਹਸਪੀਟਲ ਦਾ ਡਾਕਟਰਸ ਦਾ ਤੁਸੀਂ ਦੇਖਿਆ ਐਡਵਰਟਾਈਜ਼ਮੈਂਟ ਵੀ ਆਉਂਦਾ ਬਈ 2 ਮਹੀਨੇ ਦੇ ਬੱਚੇ ਦੀ ਸਰਜਰੀ ਹੋ ਗਈ, ਜਾਂ ਕੋਈ ਦਿਨਾਂ ਦਾ ਬੱਚਾ ਸੀ ਸਰਜਰੀ ਹੋ ਗਈ, ਜਾਂ ਸਾਲ ਦਾ ਬੱਚਾ ਸੀ ਸਰਜਰੀ ਹੋ ਗਈ। ਇਹ ਸਰਜਰੀਆਂ ਜਿਹੜੀਆਂ ਇਹ ਜਿਹੜਾ ਇਹ ਸਕੈਨਸ ਹੁੰਦੇ ਨੇ, ਜਾਂ ਜਿਹੜੀ MRI ਹੁੰਦੀ ਹੈ, ਜਾਂ ਜਿਹੜੇ ਅਨਵਾਂਟਿਡ ਟੈਸਟ ਹੁੰਦੇ ਨੇ ਜਿਹੜੇ ਕਲਾਇੰਟ ਨੂੰ ਕਹਿ ਕੇ ਲੈ ਜਾਂਦੇ ਨੇ, ਇਹਨਾਂ ਦਾ ਕੋਈ ਇੰਪੈਕਟ ਹੁੰਦਾ ਇਸ ਚੀਜ਼ ਤੇ? ਦੇਖੋ ਬਿਲਕੁਲ MRIs ਵਗੈਰਾ ਤੇ ਨਹੀਂ ਹੁੰਦੀਆਂ ਹੈਗੀਆਂ, ਮੈਂ ਤੇ ਇਹ ਉਦਾਹਰਨ ਦਿੱਤੀ ਹੈ ਕਿ ਜੀ ਇਸ ਤਰ੍ਹਾਂ, ਪਰ ਜਿਹੜੇ ਸਕੈਨ ਹੁੰਦੇ ਨੇ ਉਹ ਵਾਕਈ ਹੀ ਸਾਡੇ ਬੱਚੇ ਦੀ ਹੈਲਥ ਦੇ ਉੱਤੇ ਇਫੈਕਟ ਕਰਦੇ ਨੇ, ਮਾਂ ਦੀ ਹੈਲਥ ਦੇ ਉੱਤੇ ਵੀ ਕਰਦੇ ਨੇ ਤੇ ਬੱਚੇ ਦੀ ਹੈਲਥ ਦੇ ਉੱਤੇ ਵੀ ਇਫੈਕਟ ਕਰਦੇ ਨੇ। ਜਿਹੜੀਆਂ ਮੈਡੀਸਨਸ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਉਹ ਵੀ ਬੱਚੇ ਦੇ ਉੱਤੇ ਵੀ ਤੇ ਮਾਂ ਦੇ ਉੱਤੇ ਵੀ ਅਸਰ ਕਰਦੀਆਂ। ਜਿਹੜਾ ਇਹ ਮੈਂਟਲੀ ਪ੍ਰੈਸ਼ਰ ਹੁੰਦਾ ਹੈਗਾ, ਜਿਹਦੇ ਵਿੱਚ ਮੇਨ ਉਹਨੂੰ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆ ਉਹ ਹੁੰਦੀ ਹੈ ਕਿ ਪੇਟ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੇ ਹੈਗੇ ਨੇ। ਉਸ ਦਰਮਿਆਨ ਜੇ ਉਹ ਡਾਕਟਰ ਕੋਲ ਚਲੇ ਜਾਂਦੇ ਆ, ਹੁਣ ਪੁਰਾਣੇ ਜ਼ਮਾਨੇ ਦੀਆਂ ਮਾਵਾਂ ਤੇ ਕਾੜੇ ਪਿਲਾ ਦਿੰਦੀਆਂ ਹੁੰਦੀਆਂ ਸੀ, ਪਰ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਨੇ ਜਾਂ ਅੱਜ ਕੱਲ੍ਹ ਦੀਆਂ ਮਾਵਾਂ ਜਾਂ ਸੱਸਾਂ ਨੇ ਉਹ ਕੀ ਕਰਦੀਆਂ, ਉਹਨਾਂ ਨੂੰ ਡਾਕਟਰ ਦੇ ਕੋਲ ਲੈ ਜਾਂਦੀਆਂ ਤਾਂ ਕਿ ਬੱਚਾ ਇਹ ਨਾ ਕਵੇ ਕਿ ਜੀ ਸੱਸ ਸਾਨੂੰ ਜਾਂ ਮਾਂ ਸਾਨੂੰ ਡਾਕਟਰ ਦੇ ਨਹੀਂ ਲੈ ਕੇ ਗਈ। ਤੇ ਉਹਦੇ ਵਿੱਚ ਕੀ ਹੁੰਦਾ ਹੈ, ਡਾਕਟਰ ਦਾ ਪਹਿਲਾ ਕੰਮ ਹੁੰਦਾ ਉਹਨੇ ਤੁਹਾਨੂੰ ਡ੍ਰਿਪ ਲਗਾ ਦੇਣੀ ਹੈ ਤੇ ਫਿਰ ਉਹਦੇ ਵਿੱਚ ਐਂਟੀਬਾਇਓਟਿਕ ਸਟਾਰਟ ਕਰਦੇ ਨੇ। ਅਗਰ ਤੁਹਾਡਾ ਪੇਨ ਅੱਧੇ ਘੰਟੇ ਦੇ ਵਿੱਚ ਠੀਕ ਵੀ ਹੋ ਗਿਆ, ਫਿਰ ਵੀ ਤੁਹਾਨੂੰ 3 4 5 ਇੰਜੈਕਸ਼ਨ ਤੇ ਲੱਗ ਹੀ ਜਾਂਦੇ ਨੇ ਤੇ 2-3 ਬੋਤਲਾਂ ਤੇ ਗਲੂਕੋਜ਼ ਤੁਹਾਨੂੰ ਚੜ੍ਹ ਹੀ ਜਾਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਡੀ ਸਿਹਤ ਦੇ ਉੱਤੇ ਬੈਡ ਇਫੈਕਟ ਤੇ ਪਾਉਂਦੀਆਂ ਹੀ ਪਾਉਂਦੀਆਂ। ਪਹਿਲੀ ਮਾਂ 10 ਜਾਂ 12 ਬੱਚਿਆਂ ਨੂੰ ਜਨਮ ਦਿੰਦੀ ਸੀ, ਕੋਈ ਸਾਈਜੀਰੀਅਨ ਨਹੀਂ ਸੀ ਹੁੰਦਾ, ਔਰ ਖੁਰਾਕ ਕੀ ਸੀ ਉਹਨਾਂ ਦੀ? ਦੁੱਧ, ਘਿਓ, ਸ਼ੱਕਰ ਤੇ ਇਸ ਤਰ੍ਹਾਂ ਦੀਆਂ ਘਰ ਦੀਆਂ ਹੀ ਚੀਜ਼ਾਂ ਹੁੰਦੀਆਂ ਸੀ। ਤੇ ਹੁਣ ਜਿਹੜੀਆਂ ਸਪਲੀਮੈਂਟ ਜਿਹੜੇ ਨੇ ਤਾਕਤ ਦੇ ਦਿੱਤੇ ਜਾਂਦੇ ਨੇ, ਇਹਨਾਂ ਨੇ ਜਿਹੜਾ ਬੱਚਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਜਿਹੜੀ ਆ ਰਹੀ ਜਨਰੇਸ਼ਨ ਹੈ ਉਸ ਨੂੰ ਮਰੋੜ ਕੇ ਰੱਖ ਦਿੱਤਾ ਹੈ। ਇਹਦੇ ਬਾਰੇ ਕੀ ਕਹੋਗੇ? ਦੇਖੋ ਇਹਦੇ ਵਿੱਚ ਕੀ ਹੈਗਾ ਕਿ ਜੀ ਪਹਿਲੀਆਂ ਮਾਵਾਂ ਜਿਹੜੀਆਂ ਸੀਗੀਆਂ, ਪਹਿਲੀਆਂ ਕੁੜੀਆਂ ਵੀ ਇਹ 0 ਫਿਗਰ ਵਾਲੀਆਂ ਕੁੜੀਆਂ ਉਦੋਂ ਹੁੰਦੀਆਂ ਹੀ ਨਹੀਂ ਸੀਗੀਆਂ। ਕਿਉਂਕਿ ਘਰ ਦੇ ਵਿੱਚ ਦੁੱਧ, ਘਿਓ, ਮੱਖਣ ਕੁੜੀਆਂ ਨੂੰ ਖਿਲਾਇਆ ਜਾਂਦਾ ਹੁੰਦਾ ਸੀ ਵੀ ਕੱਲ੍ਹ ਨੂੰ ਇਹਨਾਂ ਨੇ ਜਾ ਕੇ ਮਾਵਾਂ ਬਣਨਾ ਹੈਗਾ। ਤੇ ਸਭ ਨੂੰ ਪਤਾ ਹੁੰਦਾ ਸੀ ਕਿ 7-8 ਬੱਚੇ 5 ਬੱਚੇ ਤੇ ਇਹਦੇ ਹੋਣਗੇ ਹੀ ਹੋਣਗੇ, ਤੇ ਜੇ ਇਹਦੇ ਸਰੀਰ ਦੇ ਵਿੱਚ ਜਾਨ ਹੋਏਗੀ ਤਦ ਹੀ ਇਹ ਬੱਚੇ ਨੂੰ ਸਹੀ ਤੌਰ ਤੇ ਜਨਮ ਦੇ ਸਕੇਗੀ। ਪਰ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਕੀ ਖਾਂਦੀਆਂ? ਬਰਗਰ, ਪੀਜ਼ਾ, ਸੈਂਡਵਿਚ ਖਾਣੇ ਨੇ, ਉਹ ਵੀ ਬਾਜ਼ਾਰ ਦੇ। ਸੋ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਇਹ ਬੰਦ ਬ੍ਰੈਡਾਂ ਇਹ ਕੁੱਤਿਆਂ ਨੂੰ ਪਾਈਆਂ ਜਾਂਦੀਆਂ ਹੁੰਦੀਆਂ ਸੀ ਤੇ ਬੰਦੇ ਰੋਟੀਆਂ ਖਾਂਦੇ ਹੁੰਦੇ ਸੀ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮੱਕੀ ਵਾਲੀ ਰੋਟੀ ਦੇ ਨਾਲ ਰੋਟੀ ਖਾਣ ਤੋਂ ਬਾਅਦ ਇੱਕ ਕੌਲੀ ਸ਼ੱਕਰ ਬਣ ਕੇ ਆਉਂਦੀ ਹੁੰਦੀ ਸੀ, ਘਿਓ ਸ਼ੱਕਰ, ਸਾਰੇ ਪਰਿਵਾਰ ਨੇ ਚਮਚਾ 2-2 ਚਮਚੇ ਖਾਣੀ ਹੁੰਦੀ ਸੀ, ਗੁੜ ਖਾਧਾ ਜਾਂਦਾ ਹੁੰਦਾ ਸੀ। ਪਰ ਇਹ ਚੀਜ਼ਾਂ ਸਾਡੇ ਜਿਹੜਾ ਹੈਗਾ ਸੁਸਾਇਟੀ 'ਚੋਂ ਬਿਲਕੁਲ ਅਲੋਪ ਹੋ ਗਈਆਂ ਨੇ। ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਹੋ ਘਿਓ ਸ਼ੱਕਰ ਖਾ ਲਓ, ਉਹ ਇਤਨਾ ਕੀ ਨਹੀਂ ਮੈਂ ਮੋਟੀ ਹੋ ਜਾਊਂਗੀ। ਸੋ ਫਿਜ਼ੀਕ ਦੇ ਚੱਕਰ 'ਚ ਕੁੜੀਆਂ ਨੇ ਵੀ ਜਿਹੜਾ ਹੈਗਾ ਹੈਲਦੀ ਡਾਈਟ ਨੂੰ ਛੱਡ ਦਿੱਤਾ ਹੈਗਾ। ਇੱਕ 버ਗਰ ਖਾ ਕੇ ਪੇਟ ਭਰ ਗਿਆ ਜੀ, ਪਰ ਤੁਸੀਂ ਇਹ ਨਹੀਂ ਸੋਚਦੇ ਵੀ ਨੂਡਲਸ ਦਾ ਕਿੰਨਾ ਨੁਕਸਾਨ ਹੈਗਾ ਜਿਹੜੀਆਂ ਉਹਦੇ ਵਿੱਚ ਹੁੰਦੀਆਂ ਨੇ। ਇਹ ਜਿਹੜੇ ਤੁਸੀਂ ਕੱਚੇ ਬੰਦ ਖਾਂਦੇ ਹੋ, ਇਹਨਾਂ ਦਾ ਕਿੰਨਾ ਨੁਕਸਾਨ ਹੈਗਾ ਸਰੀਰ ਦੇ ਲਈ ਤੇ ਤੁਹਾਡੇ ਆਉਣ ਵਾਲੇ ਬੱਚੇ ਦੇ ਲਈ। ਤੁਹਾਨੂੰ ਇਸ ਚੀਜ਼ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਜੇ ਮਾਂ ਹੈਲਦੀ ਨਹੀਂ ਹੋਏਗੀ ਤੇ ਬੱਚਾ ਹੈਲਦੀ ਨਹੀਂ ਹੋ ਸਕਦਾ, ਤੇ ਜੇ ਬੱਚਾ ਹੈਲਦੀ ਨਹੀਂ ਹੋਏਗਾ ਤੇ ਨਾਰਮਲ ਡਿਲੀਵਰੀ ਦੇ ਤੇ ਤੁਸੀਂ ਸੁਪਨੇ ਹੀ ਭੁੱਲ ਜਾਓ। ਦੇਖੋ ਇੱਕ ਪ੍ਰਚਲਨ ਹੋਰ ਚੱਲ ਪਿਆ, IVF ਜਿਹੜਾ ਉਹਦਾ ਪ੍ਰਚਲਨ ਚੱਲ ਗਿਆ, ਤੇ ਇੱਕ ਇਹ ਵੀ ਪ੍ਰਚਲਨ ਨਵਾਂ ਆ ਗਿਆ ਮਾਰਕੀਟ ਵਿੱਚ ਵੀ ਪਿਓ ਤੋਂ ਬਿਨਾਂ ਹੀ ਬੱਚਾ ਜੰਮ ਜਾਏਗਾ ਤੇ ਉਹ ਤੁਹਾਡੀ ਜਨਰੇਸ਼ਨ ਦਾ ਚਿਰਾਗ ਬਣੇਗਾ। ਇਹਦੇ ਬਾਰੇ ਕੀ ਕਹੋਗੇ? ਦੇਖੋ ਚੀਜ਼ ਕੀ ਹੈਗੀ ਹੈ ਕਿ ਜੀ IVF ਕਿਉਂ ਆਉਣਾ ਸ਼ੁਰੂ ਹੋਇਆ? ਬੱਚਿਆਂ ਦੇ ਉੱਤੇ ਮੈਂਟਲ ਪ੍ਰੈਸ਼ਰ ਵੱਧ ਗਿਆ। ਵਿਆਹ ਹੋਣ ਤੋਂ ਪਹਿਲੇ ਤੇ ਬਾਅਦ 'ਚ
ਜਿਹੜੇ ਬੱਚੇ ਵੱਡੀਆਂ ਵੱਡੀਆਂ ਫਰਮਸ ਦੇ ਵਿੱਚ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਜਾਂ ਬਿਜ਼ਨਸ ਕਰਦੇ ਨੇ, ਮਹਿੰਗਾਈ ਇੰਨੀ ਵੱਧ ਚੁੱਕੀ ਹੋਈ ਹੈ ਕਿ ਇੱਕ ਮੈਂਟਲ ਪ੍ਰੈਸ਼ਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਸਾਡੇ। ਉਹ ਚਾਹੇ ਛੋਟਾ ਬੱਚਾ ਹੈ ਤੇ ਚਾਹੇ ਵੱਡਾ ਬੱਚਾ ਹੈ ਤੇ ਚਾਹੇ ਆਉਣ ਵਾਲੀ ਜਿਸ ਤਰ੍ਹਾਂ ਕਹ ਲਓ ਮਾਂ ਹੈਗੀ ਹੈ, ਜਿਹੜੀ ਹੋਣ ਵਾਲੀ ਮਾਂ ਹੈ, ਉਹਦੇ ਉੱਤੇ ਵੀ ਇਸ ਚੀਜ਼ ਦਾ ਪ੍ਰੈਸ਼ਰ ਹੈ। ਸੇਮ ਪ੍ਰੈਸ਼ਰ ਫਾਦਰ ਦੇ ਉੱਤੇ ਵੀ ਹੈਗਾ। ਜਦੋਂ ਦੋਨਾਂ ਬੱਚਿਆਂ ਦੇ ਉੱਤੇ ਇੰਨਾ ਮੈਂਟਲ ਪ੍ਰੈਸ਼ਰ ਹੁੰਦਾ ਹੈਗਾ ਤੇ ਜਿਸ ਤਰ੍ਹਾਂ ਕਹ ਲਓ ਕਿ ਉਹਨਾਂ ਦੀ ਫਿਜ਼ੀਕ ਦੇ ਉੱਤੇ ਵੀ ਉਸ ਚੀਜ਼ ਦਾ ਅਸਰ ਪੈਂਦਾ ਹੈ। ਮੈਂਟਲੀ ਦੇ ਨਾਲ ਨਾਲ ਅਸੀਂ ਫਿਜ਼ੀਕਲੀ ਵੀ ਡਾਊਨ ਜਾਂਦੇ ਹਾਂ, ਜਿਹਦਾ ਮੇਨ ਰੀਜ਼ਨ ਕੀ ਬਣਦਾ ਹੈਗਾ ਕਿ ਅੱਜ ਦੇ ਰੇਟ 'ਚ ਵਿੱਚ 80% ਜਾਂ 80% ਨਹੀਂ ਵੀ ਆਪਾਂ ਕਹਿੰਦੇ 40 to 50% ਲੋਕ ਜਿਹੜੇ ਹੈਗੇ ਆ ਉਹ IVF ਦਾ ਸਹਾਰਾ ਲੈਂਦੇ। IVF ਸੈਂਟਰ ਵੀ ਸ਼ੁਰੂ ਦੇ ਵਿੱਚ ਬੜੇ ਵਧੀਆ ਚੱਲਦੇ ਸੀ, ਪਰ ਅੱਜ ਦੀ ਡੇਟ 'ਚ ਇਹਨਾਂ ਨੇ ਵੀ ਬਿਜ਼ਨਸ ਬਣਾ ਲਿਆ ਕਿ ਆਇਆ ਉਹਨੂੰ 6 ਦਿਨ 10 ਦਿਨ ਬੁਲਾਉਂਦੇ ਨੇ ਕਿ ਜੀ ਤੁਸੀਂ ਆ ਜਾਓ। 3rd ਡੇ ਤੋਂ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ, ਮੈਡੀਸਨ ਦਿੰਦੇ ਨੇ, ਫਿਰ ਉਹਨਾਂ ਦੀਆਂ ਸਕੈਨਿੰਗ ਸ਼ੁਰੂ ਹੋ ਜਾਂਦੀਆਂ ਨੇ, ਫਿਰ ਉਹਨਾਂ ਦੇ ਇੰਜੈਕਟ ਸਿਸਟਮ ਸ਼ੁਰੂ ਹੋ ਜਾਂਦਾ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਇੱਕ ਪ੍ਰੈਸ਼ਰ ਤੇ ਬਣਿਆ ਹੀ ਹੁੰਦਾ ਹੈ, ਬੱਚਾ ਨਹੀਂ ਹੋ ਰਿਹਾ, ਬੱਚਾ ਨਹੀਂ ਹੋ ਰਿਹਾ, ਠੀਕ ਹੈ ਨਾ। ਜੇ ਮੈਂ ਉਹੀ ਗੱਲ ਕਹੂੰਗੀ, ਖੁਰਾਕ ਹੈਲਦੀ ਹੋਏਗੀ, ਐਟਮੋਸਫੀਅਰ ਅੱਛਾ ਹੋਏਗਾ, ਘਰ ਦਾ ਮਾਹੌਲ ਅੱਛਾ ਹੋਏਗਾ, ਸਮਾਜ ਵਿੱਚ ਅਸੀਂ ਅੱਛੀ ਤਰੀਕੇ ਵਿਚਰਾਂਗੇ, ਥੋੜਾ ਮਹਿੰਗਾਈ ਵੀ ਘਟ ਜਾਵੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਤੇ ਫਿਰ ਇਹਨਾਂ IVF ਸੈਂਟਰਾਂ ਦੀ ਸਾਨੂੰ ਜ਼ਰੂਰਤ ਹੀ ਨਹੀਂ ਪਏਗੀ। ਔਰ ਪਲੱਸ ਸਾਨੂੰ ਖਾਣ ਪੀਣ, ਇਹ ਜਿਹੜੇ 버ਗਰ ਪੀਜ਼ੇ ਜਿਹੜੇ ਅਸੀਂ ਖਾਂਦੇ ਪਏ ਆ, ਇਹ ਸਾਡੀ ਪਰਫਾਰਮੈਂਸ ਨੂੰ, ਜਿੱਦਾਂ ਕਹ ਲਓ ਸਾਡੀ ਲਾਈਫ ਨੂੰ, ਸਾਡੇ ਮੈਂਟਲੀ ਔਰ ਫਿਜ਼ੀਕਲੀ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਡਾਊਨ ਕਰ ਰਹੇ ਨੇ। ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਆਏਗੀ। ਤੁਸੀਂ ਦੇਖੋ ਗੱਲ ਕੀਤੀ ਹੈ ਪੀਜ਼ੇ 버ਗਰ ਦੀ, ਇਹਦੇ ਨਾਲ ਚਾਈਨੀਜ਼ ਵੀ ਸ਼ਾਮਲ ਨੇ ਤੇ ਇਹਦੇ ਨਾਲ ਨੂਡਲ ਵੀ ਸ਼ਾਮਲ ਨੇ। ਇਸ ਤਰ੍ਹਾਂ ਦੇ ਜਿਹੜੇ ਅਨਵਾਂਟਿਡ ਫੂਡ ਨੇ ਉਹ ਸਾਡੀ ਸਿਹਤ 'ਤੇ ਅਸਰ ਕਰਦੇ ਨੇ। ਜਿਹੜਾ ਤੁਸੀਂ ਆਪਣੇ ਸਾਰੇ ਜਿਹੜੇ ਵੀ ਦੇਖਣ ਸੁਣਨ ਵਾਲੇ ਆ ਉਹਨਾਂ ਨੂੰ ਸੰਦੇਸ਼ਾ ਦੇ ਰਹੇ ਹੋ। ਤੇ ਇੱਥੇ ਇੱਕ ਗੱਲ ਹੋਰ, ਲਾਸਟ ਬਟ ਨਾਟ ਲੀਸਟ, ਅਣਵਿਆਹੀਆਂ ਮਾਵਾਂ ਕਿੰਨੀ ਵਾਰੀ ਅਬੋਰਸ਼ਨ ਕਰਾ ਜਾਂਦੀਆਂ, ਇਹਦਾ ਵੀ ਕੋਈ ਇੰਪੈਕਟ ਹੁੰਦਾ ਇਸ ਚੀਜ਼ ਦੇ ਉੱਤੇ? ਬਿਲਕੁਲ। ਜਦੋਂ ਅਸੀਂ ਸਾਡੀ ਸਰੀਰ ਦੇ ਵਿੱਚ ਇੱਕ ਬੱਚਾ ਆਂਦਾ ਹੈਗਾ ਤੇ ਉਹ ਸਾਡੇ ਚਾਹੇ ਪਿਆਰ ਦੀ ਨਿਸ਼ਾਨੀ ਹੈ, ਸਾਡੀ ਗਲਤੀ ਦੀ ਨਿਸ਼ਾਨੀ ਹੈ, ਉਹਨੂੰ ਸਾਨੂੰ ਸਮਾਜ ਦੇ ਵਿੱਚ ਆਉਣ ਦੇਣਾ ਚਾਹੀਦਾ ਹੈ। ਪਰ ਜਦੋਂ ਅਸੀਂ ਆਪਣੇ ਸਰੀਰ ਦੇ ਨਾਲ ਖਿਲਵਾੜ ਕਰਦੇ ਹਾਂ ਤੇ ਅਸੀਂ ਕਿੱਦਾਂ ਸੋਚਦੇ ਹੈਗੇ ਆ ਕਿ ਜੀ ਜੇ ਸਰੀਰ ਨਾਲ ਬੇਵਜ੍ਹਾ ਛੇੜਖਾਨੀਆਂ ਹੁੰਦੀਆਂ ਨੇ, ਜਿੱਦਾਂ ਕਹ ਲਓ ਅਸੀਂ ਅਬੋਰਸ਼ਨ ਕਰਾਉਂਦੇ ਹਾਂ, ਇੱਥੋਂ ਮੇਰਾ ਮਤਲਬ ਅਬੋਰਸ਼ਨ ਦਾ ਹੈ ਕਿ ਜੇ ਅਸੀਂ ਬਿਨਾਂ ਵਜ੍ਹਾ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਕਰਦੇ ਹੈਗੇ ਆ ਤੇ ਉਸ ਚੀਜ਼ ਦਾ ਅਸਰ ਸਾਡੇ ਆਉਣ ਵਾਲੇ ਟਾਈਮ ਦੇ ਉੱਤੇ ਤੇ ਪੈਣਾ ਹੀ ਪੈਣਾ। ਸਾਡਾ ਸਰੀਰ ਖਰਾਬ ਹੁੰਦਾ ਹੀ ਹੁੰਦਾ ਹੈਗਾ। ਨੈਚੁਰਲੀ ਮਿਸਕੈਰੇਜ ਹੋਣੇ ਉਹ ਹੋਰ ਚੀਜ਼ ਹੈ, ਬਟ ਜਿਹੜਾ ਅਸੀਂ ਇਹ ਡਾਕਟਰਾਂ ਦੇ ਥਰੂ ਅਬੋਰਸ਼ਨ ਕਰਾਉਂਦੇ ਹਾਂ, ਅਸੀਂ ਸਸਤੇ ਡਾਕਟਰ ਕੋਲ ਜਾ ਕੇ ਜੇ ਅਬੋਰਸ਼ਨ ਕਰਾ ਲੈਂਦੇ ਹੈਗੇ ਆ ਤੇ ਉਹ ਕਹਿੰਦੇ ਹੁੰਦੇ ਆ ਨਾ ਕਿ ਸਸਤਾ ਰੋਵੇ ਇੱਕ ਵਾਰੀ, ਮਹਿੰਗਾ ਸਸਤਾ ਰੋਵੇ ਬਾਰ-ਬਾਰ, ਮਹਿੰਗਾ ਰੋਵੇ ਇੱਕ ਵਾਰੀ। ਉਹ ਕਈ ਵਾਰੀ ਕੀ ਹੁੰਦਾ, ਅਸੀਂ ਦਾਈਆਂ ਕੋਲੋਂ ਜਾਂ ਅਸੀਂ RMP ਡਾਕਟਰਾਂ ਕੋਲੋਂ ਜਾਂ ਜਿਹੜੀਆਂ ਨਰਸਾਂ ਹੈਗੀਆਂ ਨੇ ਅਸੀਂ ਉਹਨਾਂ ਕੋਲੋਂ, ਅਣਤਜਰਬੇਕਾਰ ਲੋਕਾਂ ਕੋਲੋਂ ਅਗਰ ਅਸੀਂ ਇੱਦਾਂ ਦੇ ਕੰਮ ਕਰਵਾਉਂਦੇ ਹਾਂ ਜਿਹੜੇ ਕਿ ਕਰਵਾਉਣੇ ਹੀ ਨਹੀਂ ਚਾਹੀਦੇ। ਅਬੋਰਸ਼ਨ ਕਰਵਾਉਣਾ ਬੇਸਿਕਲੀ ਗਲਤ ਹੈ ਸਾਡੇ ਸਮਾਜ ਦੇ ਲਈ। ਸਾਡੇ ਸੰਸਕਾਰਾਂ ਦੇ ਵਿੱਚ ਇਹ ਚੀਜ਼ ਲਿਖੀ ਨਹੀਂ ਹੋਈ ਕਿ ਅਸੀਂ ਇੱਕ ਬੱਚੇ ਨੂੰ ਜਿਹੜਾ ਹੈਗਾ ਜਨਮ ਦੇਣ ਤੋਂ ਪਹਿਲੇ ਮਾਰੀਏ। ਅਗਰ ਮਾਂ ਰਿਸਪੌਂਸੀਬਲ ਹੈ, ਤੁਸੀਂ ਸਮਝਦਾਰ ਬੱਚੇ ਹੋ, ਅੱਜ ਦੇ ਟਾਈਮ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਬੱਚਾ ਇੰਨਾ ਅਨਭੋਲ ਹੈਗਾ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਕੀ ਹੋ ਰਿਹਾ ਜਾਂ ਇਸ ਚੀਜ਼ ਦਾ ਕੱਲ੍ਹ ਨੂੰ ਕੀ ਨਤੀਜਾ ਨਿਕਲੇਗਾ। ਅਗਰ ਤੁਸੀਂ ਬੱਚੇ ਨੂੰ ਪੇਟ ਵਿੱਚ ਲੈ ਕੇ ਆਏ ਹੋ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਉਸ ਚੀਜ਼ ਨੂੰ ਜਨਮ ਦਿਓ ਔਰ ਇੱਕ ਹੈਲਦੀ ਬੱਚਾ ਸੁਸਾਇਟੀ ਨੂੰ ਦਿਓ ਤਾਂ ਕਿ ਜਿਹੜਾ ਹੈਗਾ ਸੰਸਾਰ ਸਹੀ ਤਰੀਕੇ ਨਾਲ ਚੱਲ ਸਕੇ। ਕਹਿੰਦੇ ਬੱਚੇ ਨੂੰ ਜਦੋਂ ਮਾਂ ਜਨਮ ਦਿੰਦੀ ਹੈ ਤੇ ਮਾਂ ਦਾ ਵੀ ਜਨਮ ਹੁੰਦਾ, ਇਹਦੇ ਬਾਰੇ ਕੀ ਕਹੋਗੇ? ਬਿਲਕੁਲ, ਮਾਂ ਦਾ ਦੂਸਰਾ ਜਨਮ ਹੁੰਦਾ ਹੈਗਾ। ਕਿਉਂਕਿ ਇਸ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਇੰਨੀ ਪੇਨ ਨੂੰ ਬਰਦਾਸ਼ਤ ਕਰਦੀ ਹੈਗੀ ਹੈ। ਉਹ ਇੱਕ ਨਵੀਂ, ਜਿਸ ਤਰ੍ਹਾਂ ਕਹ ਲਓ ਨਵੇਂ ਬੱਚੇ, ਨਵੀਂ ਸਾਡੇ ਲਈ ਬੱਚੇ ਨੂੰ ਜਨਮ ਦਿੰਦੀ ਹੈਗੀ ਹੈ, ਨਵੀਂ ਜਾਨ ਨੂੰ ਜਨਮ ਦਿੰਦੀ ਪਈ ਹੈਗੀ ਹੈ। ਤੇ ਉਹ ਚੀਜ਼ ਜਿਹੜੀ ਹੈ, ਐਵੇਂ ਨਹੀਂ ਕਹਿੰਦੇ ਮਾਂ ਰੱਬ ਰੂਪ ਹੁੰਦੀ ਹੈਗੀ ਹੈ। ਕਿਉਂਕਿ ਜਨਮ ਦੇਣ ਦਾ ਹੱਕ ਜਾਂ ਤੇ ਰੱਬ ਕੋਲ ਹੈ ਤੇ ਜਾਂ ਫਿਰ ਮਾਂ ਕੋਲ ਹੈਗਾ। ਇਸੇ ਲਈ ਮਾਂ ਦਾ ਦਰਜਾ ਜਿਹੜਾ ਹੈਗਾ ਉੱਚਾ ਗਿਣਿਆ ਜਾਂਦਾ ਹੈ। ਸੋ ਜਦੋਂ ਇਹ ਸਾਰੇ ਪ੍ਰੋਸੈਸ ਦੇ ਵਿੱਚੋਂ ਨਿਕਲਦੀ ਹੈ, ਜੇ ਦੇਖਿਆ ਜਾਵੇ ਪਹਿਲੇ ਉਹ ਇੰਨੀ ਪੇਨ ਨੂੰ ਵੀ ਬਰਦਾਸ਼ਤ ਕਰਦੀ ਹੈ, ਇੰਨੇ ਟਾਈਮ ਉਹ ਇੰਨਾ ਵੇਟ ਲੈ ਕੇ ਚਲਦੀ ਫਿਰਦੀ ਹੈ,
ਫਿਰ ਉਹਨੂੰ ਖਾਣ ਪੀਣ 'ਚ ਚੱਲਣ 'ਚ ਦਿੱਕਤ ਆਉਂਦੀ ਹੈਗੀ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਉਹ ਪੇਨ ਦੇ ਨਾਲ, ਮੈਂ ਨਾਰਮਲ ਡਿਲੀਵਰੀ ਦੀ ਗੱਲ ਕਰ ਰਹੀ, ਪੇਨ ਦੇ ਨਾਲ ਉਹ ਇੱਕ ਬੱਚੇ ਨੂੰ ਜਨਮ ਦਿੰਦੀ ਹੈਗੀ ਹੈ। ਫਿਰ ਉਸ ਤੋਂ ਬਾਅਦ ਉਹ ਬੱਚੇ ਨੂੰ ਪਾਲਦੀ, ਮਤਲਬ ਬੱਚੇ ਨੂੰ ਬੋਲਣਾ ਨਹੀਂ ਆਉਂਦਾ ਪਰ ਮਾਂ ਨੂੰ ਪਤਾ ਲੱਗ ਜਾਂਦਾ ਕਿ ਉਹਨੂੰ ਭੁੱਖ ਲੱਗੀ ਹੈਗੀ ਹੈ। ਜੇ ਉਹ ਬਾਈ ਚਾਂਸ ਯੂਰਿਨ ਪਾਸ ਕਰ ਦਿੰਦਾ ਹੈਗਾ ਤੇ ਮਾਂ ਉਹਨੂੰ ਸੁੱਕੇ ਤੇ ਸਵਾ ਕੇ ਆਪ ਗਿੱਲੇ ਤੇ, ਵੈਸੇ ਤਾਂ ਅੱਜ ਕੱਲ੍ਹ ਡਾਈਪਰਾਂ ਦਾ ਟਰੈਂਡ ਚੱਲ ਪਿਆ, ਹੁਣ ਇਹ ਚੀਜ਼ ਰਹਿ ਹੀ ਨਹੀਂ ਗਈ, ਪਰ ਫਿਰ ਵੀ ਬੱਚਾ ਰਾਤ ਨੂੰ ਉੱਠ ਕੇ ਦੁੱਧ ਮੰਗਦਾ ਹੈਗਾ। ਬੱਚਾ ਕਿਸੇ ਵੇਲੇ ਉਹਦੇ ਪੇਟ 'ਚ ਦਰਦ ਹੋ ਜਾਂਦੀ ਹੈ ਜਾਂ ਕੋਈ ਵੀ ਉਹਨੂੰ ਛੋਟੀ ਮੋਟੀ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤੇ ਮਾਂ ਉਹਦੀ ਇੰਨੀ ਸੰਭਾਲ ਕਰਦੀ ਹੈਗੀ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮਾਂ ਤੇ ਬੱਚੇ ਦੇ ਰਿਸ਼ਤੇ ਨੂੰ ਤੇ ਮਜ਼ਬੂਤ ਕਰਦੀਆਂ ਹੀ ਕਰਦੀਆਂ ਨੇ ਤੇ ਸਾਨੂੰ ਵੀ ਇੱਕ ਸੀਖ ਦਿੰਦੀਆਂ ਹੈਗੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਢੰਗ ਦੀ ਪਰਵਰਿਸ਼ ਦਈਏ, ਉਹਨਾਂ ਨੂੰ ਸਾਖੀਆਂ ਸੁਣਾਈਏ, ਉਹਨਾਂ ਨੂੰ ਕਥਾਵਾਂ ਸੁਣਾਈਏ, ਉਹਨਾਂ ਨੂੰ ਕੀਰਤਨ ਸੁਣਾਈਏ ਤਾਂ ਕਿ ਆਉਣ ਵਾਲਾ ਸਮਾਜ ਜਿਹੜਾ ਹੈਗਾ ਉਹ ਅੱਛੇ ਨਾਗਰਿਕਾਂ ਨੂੰ ਹਾਸਲ ਕਰ ਸਕੇ। ਬਿਹਤਰ ਸਮਾਜ ਦੀ ਸਿਰਜਣਾ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਜੇ ਚੱਕਰਵਿਊਹ ਦਾ ਜਿਹੜਾ ਰਾਜ ਹੈ ਲੀਕ ਹੋ ਸਕਦਾ ਹੈ ਤੇ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਇੱਕ ਆਪਣੀ ਸ਼ਾਖਾ ਨੂੰ ਖਿਲਾਉਣ ਲਈ ਯਤਨ ਕਰ ਰਿਹਾ ਹੁੰਦਾ ਹੈ, ਉਸ ਯਤਨ ਦੇ ਵਿੱਚ ਮਾਂ ਤੇ ਬਾਪ ਦਾ ਫਰਜ਼ ਹੈ ਕਿ ਉਹ ਇੱਕ ਅੱਛੀਆਂ ਗੱਲਾਂ ਕਰਨ, ਦਾਦੀ ਦਾਦੇ ਦਾ ਫਰਜ਼ ਹੈ ਉਹ ਸਾੜ ਸਤੀ ਨਾ ਲਿਆਉਣ ਆਪਣੇ ਬੱਚਿਆਂ ਲਈ ਤੇ ਗੱਲਾਂ ਚੰਗੀਆਂ ਕਰਨ, ਚੰਗੇ ਸਮਾਜ ਦੀ ਸਿਰਜਣਾ ਵੱਲ ਤੁਰਨ, ਨਾ ਕਿ ਛਿੱਕ ਵੱਜੇ ਤੇ ਬੱਚਾ ਥੱਲੇ ਡਿੱਗ ਪਏ। ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਗੱਲਾਂ ਇੰਨੀਆਂ ਕੋਈ। ਮੇਰਾ YouTube ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦੇਣਾ, ਇਹਨੂੰ ਲਾਈਕ ਕਰ ਦੇਣਾ, ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ। ਮੇਰਾ ਨੰਬਰ ਹੈ 9888299006। ਇਸ ਦਾ ਫੀਡਬੈਕ ਦੇ ਦੇਣਾ। ਤੁਹਾਡੇ ਲਈ ਅਸੀਂ ਵੇਲੇ ਕੁ ਵੇਲੇ ਯਤਨ ਕਰਦੇ ਰਹਿੰਦੇ ਹਾਂ ਕੋਈ ਨਾ ਕੋਈ ਚੰਗਾ, ਦੇਸ਼ ਹਿੱਤ ਲਈ, ਲੋਕ ਹਿੱਤ ਲਈ, ਪੰਜਾਬ ਲਈ ਤੇ ਆਪਣੇ ਸਮਾਜ ਲਈ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।